ਹੈਲਥ ਪਲਸ ਪ੍ਰੋਗਰਾਮ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਬਾਬਾ ਇਲੈਕਟ੍ਰੋ ਹੋਮੋਪੈਥਿਕ ਕਲੀਨਿਕ, ਜੋ ਕਿ ਸ਼੍ਰੀ ਮੁਕਤਸਰ ਸਾਹਿਬ ਵਿਖੇ ਸਥਿਤ ਹੈ। ਬਾਬਾ ਇਲੈਕਟ੍ਰੋ ਹੋਮੋਪੈਥਿਕ ਕਲੀਨਿਕ ਵਿਖੇ ਕ੍ਰੋਨਿਕ ਤੋਂ ਕ੍ਰੋਨਿਕ ਬਿਮਾਰੀਆਂ ਦਾ ਇਲਾਜ ਵੀ ਬਹੁਤ ਹੀ ਵਧੀਆ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਸਾਡੀ ਟੀਮ ਨੇ ਡਾਕਟਰ ਸਾਹਿਬ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਸਾਨੂੰ ਦੱਸਿਆ ਇਲੈਕਟ੍ਰੋ ਹੋਮੋਪੈਥੀ ਦਵਾਈ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਤੇ ਇਲੈਕਟ੍ਰੋ ਹੋਮੋਪੈਥੀ ਦਵਾਈ ਨਾਲ ਹਰ ਤਰੀਕੇ ਦੀ ਬਿਮਾਰੀ ਦਾ ਇਲਾਜ ਬਹੁਤ ਹੀ ਵਧੀਆ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਬਾਬਾ ਇਲੈਕਟ੍ਰੋ ਹੋਮੋਪੈਥਿਕ ਕਲੀਨਿਕ ਸ਼੍ਰੀ ਮੁਕਤਸਰ ਸਾਹਿਬ ਵਿਖੇ। दर्शकों, हेल्थ प्लस प्रोग्राम ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਡਾਕਟਰ ਜਗਦੀਸ਼ ਸਿੰਘ। ਇੱਕ ਐਸਾ ਨਾਮ ਜਿਹੜਾ ਕਿ ਹਰੀਕੇ ਪਿੰਡ, ਜਿਹੜਾ ਕਿ ਕੋਟਪੂਰਾ ਦੇ ਕੋਲ ਔਰ ਖਾਰੇ ਤੋਂ ਆਪਾਂ ਜੋ ਜਾਂਦੇ ਹੈਗੇ ਆ 4-5 ਕਿਲੋਮੀਟਰ ਦੇ ਉੱਤੇ ਪਿੰਡ ਸਥਿਤ ਹੈਗਾ। ਔਰ ਐਸਾ ਨਾਮ ਜਿਹੜਾ 40 ਸਾਲਾਂ ਤੋਂ ਪਿੰਡ ਦੀ ਸੇਵਾ ਕਰਦੇ ਆ ਰਹੇ ਨੇ। ਬਾਈ ਜੀ, ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਗ੍ਰਹਿ ਪਹੁੰਚਣ ਵਾਸਤੇ। ਪਹੁੰਚੇ ਤੁਸੀਂ, ਤੁਹਾਡਾ ਬੇਹੱਦ ਸਤਿਕਾਰ। ਇਹ ਜੋ ਹੈ ਇਸ ਮਾਲਕ ਦੀ ਕਿਰਪਾ ਨਾਲ ਹੈ, ਉਹ ਕਰਵਾ ਰਿਹਾ, ਅਸੀਂ ਕਰ ਰਹੇ ਹਾਂ। ਬਾਈ ਜੀ, ਅਗਰ ਆਪਾਂ ਗੱਲ ਕਰੀਏ ਉਸ ਸਮੇਂ ਦੀ ਡਾਕਟਰੀ 40 ਸਾਲ ਪਹਿਲਾਂ ਜਿਸ ਤਰੀਕੇ ਨਾਲ ਤੁਸੀਂ ਉਦੋਂ ਲੋਕਾਂ ਦੀ ਸੇਵਾ ਕੀਤੀ, ਔਰ ਅੱਜ ਨਿਰੰਤਰ 40 ਸਾਲ ਦੀ ਸੇਵਾ ਹੁੰਦੀ ਆ ਰਹੀ ਹੈ। ਔਰ 16 ਸਾਲ ਤੋਂ ਪਿਛਲਿਆਂ ਤੋਂ ਬੇਟਾ ਜਿਹੜਾ ਕਿ ਨਵੀਆਂ ਟੈਕਨੀਕਾਂ ਲੈ ਕੇ ਆਇਆ, ਹੁਣ ਨਵੀਂ ਤੇ ਪੁਰਾਣੀ ਟੈਕਨੀਕ, ਕਿਉਂਕਿ ਜਿਹੜੀ ਚੀਜ਼ ਬੇਟੇ ਨੂੰ ਐਕਸਪੀਰੀਅੰਸ ਨਹੀਂ ਹੁੰਦਾ ਉਹ ਤੁਸੀਂ ਦੱਸ ਦਿੰਦੇ ਹੋ, ਔਰ ਉਹ ਨਵੀਆਂ ਟੈਕਨੀਕਸ, ਕਿਉਂਕਿ ਆਨਲਾਈਨ ਜ਼ਮਾਨਾ, ਨਵੀਆਂ ਚੀਜ਼ਾਂ ਲੱਭ ਕੇ ਲੈ ਕੇ ਆਉਂਦਾ, ਤਾਂ ਬਾਪ ਬੇਟੇ ਦਾ ਜਿਹੜਾ ਕੰਬੀਨੇਸ਼ਨ ਉਹਦੇ ਨਾਲ ਪਿੰਡ ਵਾਸੀਆਂ ਲਈ ਇੱਕ ਬੜੀ ਵੱਡੀ ਸਹੂਲਤ ਹੈ। ਔਰ ਸਭ ਤੋਂ ਵੱਡੀ ਸਹੂਲਤ ਇਹ ਆ ਕਿ ਘਰ 'ਚ ਬਹਿ ਕੇ ਤੁਸੀਂ ਸੇਵਾ ਕਰ ਰਹੇ ਹੋ, ਕਦੋਂ ਮਰਜ਼ੀ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ। ਹੁਣ ਕਰੋਨਾ ਦਾ ਐਪੀਡੈਮਿਕ ਆ, ਉਹਦੇ ਵਿੱਚ ਵੀ ਤੁਸੀਂ ਜਿਹੜਾ ਹੈਗੇ ਆ ਫਰੰਟ ਲਾਈਨ ਤੇ ਆ ਕੇ ਸੇਵਾ ਕਰ ਰਹੇ ਹੋ। ਹਾਂਜੀ, ਬਹੁਤ ਧੜਕ ਹੋ ਕੇ ਸੇਵਾ ਕਰ ਰਹੇ ਹਾਂ, ਕਿਉਂਕਿ ਮਹਾਮਾਰੀ ਬੜੀ ਭੈੜੀ ਹੈ। ਪਰ ਅਸੀਂ ਫਿਰ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਦੇ ਸੀਟ ਤੇ ਬੈਠ ਕੇ ਸੇਵਾ ਕਰਨ ਚਾਹੁੰਦੇ ਹਾਂ। ਵੀ ਇਨਸਾਨ ਦਾ ਕੋਈ ਮੁੱਲ ਨਹੀਂਗਾ, ਠੀਕ ਹੈ ਨਾ। ਇਨਸਾਨ ਜਿਉਂਦਾ ਹੈ ਤਾਂ ਅਸੀਂ ਵੀ ਜਿਉਂਦੇ ਹਾਂ। ਹਰ ਇੱਕ ਇਨਸਾਨ ਨਾਲ ਖੜੇ 24 ਘੰਟੇ, ਤੇ ਉਸ ਵਾਹਿਗੁਰੂ ਦੀ ਕਿਰਪਾ ਨਾਲ ਉਹ ਸਿਰ ਤੇ ਹੱਥ ਰੱਖਦਾ ਹੈ, ਜੋ ਕਰਾਉਂਦਾ ਕਰੀ ਜਾਂਦੇ ਜੀ। ਬਾਈ ਜੀ, ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੇ ਹੋ, ਪਾਠੀ ਵੀ ਨਾਲ ਹੋ। ਕੀ ਕਹਿਣਾ ਚਾਹੋਗੇ ਕਿ ਇਹ ਸਾਰਾ ਵਾਹਿਗੁਰੂ ਦੀ ਚਮਤਕਾਰ ਹੀ ਹੈ, ਜਿਹੜਾ ਤੁਸੀਂ 40 ਸਾਲ ਤੋਂ ਇੱਕ ਪਿੰਡ 'ਚ ਬਹਿ ਕੇ ਸਰਵਿਸ ਕਰਨੀ, ਔਰ ਘਰ 'ਚ ਬਹਿ ਕੇ, ਔਰ ਬੇਟੇ ਨੂੰ ਵੀ ਉਸੇ ਪੂਰਨੇ ਤੇ ਚਲਾਉਣਾ। 16 ਸਾਲਾਂ ਤੋਂ ਬੇਟਾ ਵੀ ਉਸ ਪੂਰਨੇ ਤੇ ਚੱਲ ਰਿਹਾ। ਕੀ ਕਹਿਣਾ ਚਾਹੋਗੇ ਕਿ ਵਾਹਿਗੁਰੂ ਦੀ ਪਾਰ ਕਿਰਪਾ ਹੈ ਜਿਹਦੇ ਨਾਲ ਇਹ ਜਿਹੜੀ ਸੇਵਾਵਾਂ ਹੋ ਰਹੀਆਂ? ਹਾਂਜੀ, ਇਹ ਕੋਈ ਸ਼ੱਕ ਨਹੀਂਗਾ। ਮੈਂ ਜਦੋਂ ਛੋਟਾ ਸੀਗਾ ਔਰ ਆਪਦੀ ਪੜ੍ਹਾਈ ਕਰਨ ਤੋਂ ਬਾਅਦ ਮੈਨੂੰ ਇਸ ਚੀਜ਼ ਦਾ ਸੀਗਾ ਕਿ ਮੈਂ ਪਾਠ ਨਹੀਂ ਕਰਨੇ, ਮੈਂ ਕਰਨੇ ਆ ਜਿਹੜੀ ਆਪਣਾ ਵੀ ਨੌਕਰੀ ਕਰਨੀ ਹੈ, ਵੀ ਪੜ੍ਹਾਈ ਕਰਨ ਵਾਸਤੇ ਕੀਤੀ ਹੈ। ਔਰ ਉਸ ਚੀਜ਼ ਦਾ ਮੈਨੂੰ ਕੁਛ ਚਿਰ ਬਾਅਦ ਇਹ ਸਮਾਂ ਮਿਲਿਆ, ਕਿਉਂਕਿ ਮੈਨੂੰ ਨੌਕਰੀ ਨਹੀਂ ਮਿਲੀ। 10 ਸਾਲ ਮੈਂ ਬਹੁਤ ਭੱਜਿਆ ਫਿਰਦਾ ਰਿਹਾ। ਫਿਰ ਮੈਨੂੰ ਇੱਕ ਮਤਲਬ ਅਨੁਭਵ ਹੋਇਆ ਵੀ ਤੂੰ ਗੁਰੂ ਗ੍ਰੰਥ ਸਾਹਿਬ ਸੇਵਾ ਕਰ, ਤੈਨੂੰ ਕਿਉਂ ਨਹੀਂ ਆਨੰਦੇ, ਇਹ ਤੇਰੇ ਵਾਸਤੇ ਅਸੀਂ ਸਭ ਤੋਂ ਪਹਿਲਾਂ ਇਹ ਹਰਿਆ ਕੀਤਾ ਹੈ। ਚਲੋ, ਮੈਂ ਇਸ ਸੀਟ ਤੇ ਬੈਠ ਕੇ ਸੇਵਾ ਕਰਨੀ ਸ਼ੁਰੂ ਕੀਤੀ, ਬਹੁਤ ਬੜੀ ਕਿਰਪਾ ਕੀਤੀ। ਔਰ ਇਸ ਟਾਈਮ ਇਲਾਕੇ 'ਚ ਪਿੰਡ ਦੇ ਰਿਸ਼ਤੇਦਾਰ ਬਹੁਤ ਜ਼ਿਆਦਾ ਹੈ, ਠੀਕ ਹੈ ਜੀ। ਨਹੀਂ ਪਿੰਡ ਨੂੰ ਕੋਈ ਕਹਿੰਦੇ ਹੁੰਦੇ ਜੀ ਕੀ ਜਾਣਦਾ ਕਿਸ ਤਰ੍ਹਾਂ, ਪਰ ਬੇਹੱਦ ਸਤਿਕਾਰ ਦਿੱਤਾ ਪਿੰਡ ਵਾਲੇ ਇਲਾਕੇ ਪਿੰਡ ਵਾਸੀਆਂ ਨੇ, ਬਹੁਤ ਸਤਿਕਾਰ ਦਿੱਤਾ। ਔਰ ਸਾਰੇ ਸਤਿਕਾਰ ਕਰਦੇ ਆ, ਉਹ ਠੀਕ ਹੋ ਜਾਂਦੇ ਆ। ਜੇ ਠੀਕ ਹੋ ਜਾਂਦੇ ਤਾਂ ਹੀ ਸਤਿਕਾਰ ਕਰਦੇ ਜੀ। ਭਾਈ, ਕੀ ਕਹਿਣਾ ਚਾਹੋਗੇ ਕਿ ਤੁਹਾਡੇ ਕੋਲ ਐਸੀਆਂ ਮੈਡੀਸਿਨਸ ਨੇ ਜਿਨ੍ਹਾਂ ਦੇ ਨਾਲ ਇਮਿਊਨਿਟੀ ਜਿਹੜੀ ਹੈਗੀ ਸਟਰੋਂਗ ਹੋ ਜਾਂਦੀ ਹੈ? ਕਿਉਂਕਿ ਸਾਰੀ ਚੀਜ਼ ਇਮਿਊਨਿਟੀ ਤੇ ਖੜੀ ਹੈ। ਜੇ ਬੰਦੇ 'ਚ ਅੰਦਰ ਜਰਮਾਂ ਦੀ ਸ਼ਕਤੀ ਹੈ, ਜਿਹੜੇ ਆਪਾਂ ਵੈਕਸੀਨੇਸ਼ਨਾਂ ਵੀ ਲਵਾ ਰਹੇ ਹੈਗੇ ਆ, ਉਹ ਵੀ ਇਮਿਊਨਿਟੀ ਨੂੰ ਬੂਸਟ ਕਰਦੀਆਂ। ਔਰ ਉਹਦੇ ਨਾਲ ਦਵਾਈਆਂ ਵੀ ਜਿਹੜੀਆਂ ਹੈਗੀਆਂ ਆਪਣੇ ਕੋਲ ਹੋਮਿਓਪੈਥਿਕ 'ਚ ਤੇ ਇਲੈਕਟ੍ਰੋ ਹੋਮਿਓਪੈਥਿਕ 'ਚ ਹੈਗੀਆਂ, ਜਿਹਦੇ ਨਾਲ ਬੰਦੇ ਦੀ ਇਮਿਊਨਿਟੀ ਜਿਹੜੀ ਹੈਗੀ ਵੱਧਦੀ ਹੈ। ਹਾਂਜੀ, ਆਰਸੈਨਿਕ ਹੈਗੀ ਦਵਾਈ 30 ਬਾਰ ਦੇ ਵਿੱਚ ਇਮਿਊਨਿਟੀ ਹੁੰਦੀ ਹੈ, ਬਹੁਤ ਵਧੀਆ ਜੱਟ ਹੈ। ਅਸੀਂ ਇਹ ਸੇਵਾ ਹੀ ਕਰ ਰਹੇ ਹਾਂ, ਕਿਸੇ ਤੋਂ ਪੈਸਾ ਨਹੀਂ ਲੈ ਰਹੇ ਇਸ ਦਵਾਈ ਦਾ, ਜੋ ਕਿ ਆਉਂਦਾ ਅਸੀਂ ਉਹਨਾਂ ਨੂੰ ਫ੍ਰੀ ਦਿੰਦੇ ਹਾਂ, ਠੀਕ ਹੈ ਜੀ। ਤੇ ਪਰ ਵਾਹਿਗੁਰੂ ਦੀ ਕਿਰਪਾ ਹੈ, ਜਿਸ ਮੈਨੇ ਦਿੱਤੀ ਹੈ ਕੋਈ ਲਾਂਭਾ ਨਹੀਂ ਆਏਗਾ ਇਸ ਤਰ੍ਹਾਂ। ਤੇ ਉਹ ਸਤਿਗੁਰੂ ਦੀ ਕਿਰਪਾ ਹੀ ਹੈ। ਜਦੋਂ ਅਸੀਂ ਇਸ ਪਾਸੇ ਦਾੜੀ ਕਿਸੇ ਰੱਖ ਲਏ, ਉਸ ਤੋਂ ਬਾਅਦ ਮੇਰਾ ਸਿਰ ਨੂੰ ਦੇਖਿਆ, ਪਹਿਲਾਂ ਮੈਂ ਬਿਮਾਰ ਰਹਿੰਦੇ ਬਚਪਨ 'ਚ, ਜਦੋਂ ਇਸ ਪਾਸੇ ਆ ਗਏ ਤੇ ਇਹ ਪਰਮਾਤਮਾ ਕਰਾਉਣ ਵਾਲਾ ਹੈ। ਕਿ ਹੁਣ ਸਾਡੇ ਕੋਲ ਕਾਫੀ ਕੇਸ ਇਹੋ ਜਿਹੇ ਹੁੰਦੇ ਆ ਜਿਹੜੇ ਕਿ ਕੈਂਸਰ ਦੇ ਪੀੜਤ ਹੁੰਦੇ ਵਿਚਾਰੇ, ਉਹ ਅੱਜ ਬਾਬੇ ਦੀ ਕਿਰਪਾ ਹੈ, ਉਹ ਸਾਰੇ ਠੀਕ ਹੈ। ਔਰ ਸਭ ਤੋਂ ਵੱਡੀ ਗੱਲ, ਜਿਹੜੇ ਤੁਹਾਡੇ ਸਾਧੂ ਸਾਹਿਬ ਆ, ਉਹ ਵੀ ਇੱਕ ਬਹੁਤ ਵੱਡੀ ਪੰਥ ਦੇ ਜਿਹੜੇ ਹੈਗੇ ਆ ਮਹਾਨ ਸ਼ਖਸੀਅਤ ਆ, ਉਹਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ? ਹਾਂਜੀ, ਮਾਸਟਰ ਭੀਮ ਮੌੜ, ਜੋ ਹੁਣ ਇਸ ਟਾਈਮ ਰਿਟਾਇਰਮੈਂਟ ਹੈ ਮਾਸਟਰੀ ਤੋਂ, ਤੇ ਪਰ ਉਹਨਾਂ ਦਾ ਸਤਿਕਾਰ ਬਹੁਤ ਹੀ ਉਹਨਾਂ ਦਾ ਦਿਮਾਗ ਹੈ। ਪਤਾ ਨਹੀਂ ਪਰਮਾਤਮਾ ਨੇ ਇਹਦੀ ਕਿਰਪਾ ਕਿੱਦਾਂ ਕੀਤੀ ਉਹਨਾਂ ਤੇ ਬਹੁਤ ਹੀ ਸਿਆਣੇ ਸਮਝਦਾਰ ਇਲਾਕੇ ਦੇ ਸੂਝਣ ਬੰਦੇ ਜੀ। ਨਰਮਾਈ ਭਗਤੀ ਬੜੀ ਕਰਦੇ ਜੀ। 2 ਵਜੇ ਉੱਠ ਕੇ ਬਿਸਤਰੇ ਬਹਿਨੇ ਉਹਨਾਂ ਨੇ, ਤੇ 4 ਵਜੇ 5 ਤੱਕ ਸਿਮਰਨ ਕਰਦੇ ਆ, ਸ਼ਾਮ ਨੂੰ ਵੀ 10 ਵਜੇ ਤੱਕ 11 ਤੱਕ। ਤੇ ਪਰਮਾਤਮਾ ਦੀ ਕਿਰਪਾ ਨਾਲ ਹੀ ਮੈਨੂੰ ਪਤਾ ਜੀ ਉਹਨਾਂ ਦੀ ਬੜੀ ਮਹਾਨ ਕਿਰਪਾ। ਬਾਬਾ ਜਿਉਣੇ ਮੋੜ ਦਾ ਜਿਹੜਾ ਉਹ ਪ੍ਰਸੰਗ ਦੱਸਦੇ ਆ, ਉਹ ਸੱਚਾਈ ਹੈ, ਕੋਈ ਸ਼ੱਕ ਨਹੀਂ।
ਚੀਜ਼ 'ਚ ਕਾਫੀ ਦਵਾਈਆਂ ਦੀ ਬਹੁਤ ਵਧੀਆ ਰਿਜ਼ਲਟ ਹੈ। ਜਿਵੇਂ ਕਿ ਪਸ਼ੂ ਦਾ ਕਟਰ ਵਛਰੂ ਮਰ ਜਾਂਦਾ ਹੈ, ਪਸ਼ੂ ਰਿੰਗੀ ਜਾਂਦਾ, ਮਿਲਦਾ ਨਹੀਂ, ਉਹ ਆਥਣ ਨੂੰ ਹੀ ਮਿਲਣਾ ਪੈਂਦਾ ਸਹੀ। ਦੂਸਰੀ ਦਵਾਈ ਜਿਹੜਾ ਦੋਵੇਂ ਟਾਈਮ ਟੀਕਾ ਲੈਂਦਾ ਪਸ਼ੂ, ਉਹ ਟੀਕਾ ਛੱਡ ਦਿੰਦਾ ਕਿਨੇ ਵੇਲਾ ਕੋਲਾ ਕਰਦਾ ਸਹੀ ਮਿਲਣਾ ਪੈਂਦਾ ਹੈ। ਥਣ ਖੜਾ ਚੱਲ ਪੈਂਦਾ 3 ਸਾਲਾਂ ਦਾ, ਉਸ 3 ਮਹੀਨੇ ਦਵਾਈ ਸ਼ੁਰੂ ਕਰਦੇ ਪਹਿਲਾਂ ਸੂਣ ਤੋਂ ਪਸ਼ੂ ਦੀ। ਪਸ਼ੂ ਬਣਦਾ ਨਹੀਂ, ਪਸ਼ੂ ਫਰਾਕ ਵਾਲਾ ਹੈ, ਪਸ਼ੂ ਨੂੰ ਦੌਰਾ ਪੈਂਦਾ ਜਿਵੇਂ, ਠੀਕ ਹੈ ਜੀ, ਤੇ ਬੰਨ ਪੈ ਜਾਂਦਾ ਪਸ਼ੂ ਨੂੰ, ਭਾਰ ਪੈਂਦਾ ਹੈ। ਇਹਨਾਂ ਦਵਾਈਆਂ ਦਾ ਬਹੁਤ ਵਧੀਆ ਰਿਜ਼ਲਟ ਹੈ। ਹਾਂ ਖੇਤੀ ਵਿੱਚ ਸਾਨੂੰ 32 35 40 ਸਾਲਾਂ ਨੂੰ ਕੰਮ ਕਰਦੇ ਹੋ ਗਿਆ ਤੇ ਕਿਸੇ ਦਾ ਲਾਭਾ ਨਹੀਂ ਦਿਖਾਇਆ। ਹਰ ਪੱਖੋਂ ਪਰਮਾਤਮਾ ਨੇ ਬੜੀ ਕਿਰਪਾ ਕੀਤੀ ਹੈ ਤੇ ਬਹੁਤ ਵਧੀਆ ਨਤੀਜੇ ਦੇ ਰਿਜ਼ਲਟ ਹੈ, ਠੀਕ ਹੈ ਨਾ। ਤੇ ਪਸ਼ੂ ਦੀ ਮੂੰਹ ਸੜੀ ਹੋਈਆਂ ਦੀ ਥਣਾਂ ਦੀ, ਉਹਦਾ ਬੜਾ ਵਧੀਆ ਰਿਜ਼ਲਟ ਹੈ। ਜਾਂ ਪਸ਼ੂ ਨੇ ਮਤਲਬ ਜਿਵੇਂ ਥਾਂ ਦੇ ਕਹਿੰਦੇ ਆ ਪੂਛ ਤੇ ਬਾਹਣ ਲੱਗ ਜਾਂਦੀ ਹੈ, ਉਹਦਾ ਚਮੜੀ ਪਸ਼ੂਆਂ ਦਾ, ਉਹਦੇ ਵਾਸਤੇ ਦੁੱਧ ਘੱਟ ਜਾਂਦਾ ਹੈ, ਮਸਟੈਟਸ ਹੋ ਜਾਂਦੀ ਹੈ। ਇਹਨਾਂ ਬਿਮਾਰੀਆਂ ਦਾ ਬਹੁਤ ਵਧੀਆ ਰਿਜ਼ਲਟ ਹੈ। ਜਾਂ ਕਿਵੇਂ ਘੋੜੀਆਂ ਨੂੰ ਬੰਨ੍ਹ ਪੈ ਜਾਂਦਾ ਹੈ, ਠੀਕ ਹੈ ਜੀ, ਇਹਨਾਂ ਬੰਨੀਆਂ ਦੂਜੇ ਦਿਨ ਬੰਨ੍ਹ ਪੈਂਦੇ ਘੋੜੀਆਂ ਤੇ ਕੁੱਤਿਆਂ ਦੀ ਹਰ ਇੱਕ ਬਿਮਾਰੀ ਦਾ ਇਲਾਜ ਕੋਈ ਬੜਾ ਆਸਾਨ। ਕੁੱਕੜਾਂ ਦਾ ਯਾਨੀ ਵੱਡੇ ਜਾਨਵਰ ਤੋਂ ਛੋਟੇ ਜਾਨਵਰ ਤੱਕ ਹਰੇਕ ਬਿਮਾਰੀ ਦਾ ਬਹੁਤ ਵਧੀਆ ਰਿਜ਼ਲਟ ਆ ਰਿਹਾ ਹੁਣ ਬੱਚੀ ਦਾ। ਤੇ ਬਸ ਉਸ ਵਾਹਿਗੁਰੂ ਦੀ ਕਿਰਪਾ ਨਾਲ ਹਰ ਇੱਕ ਬੰਦੇ ਦਾ ਜਿਹੜਾ ਮਾਣ ਸਤਿਕਾਰ ਪਰਮਾਤਮਾ ਬਣਾਉਂਦਾ ਹੈ, ਕਿਉਂਕਿ ਉਹਦੀ ਕਿਰਪਾ ਨਾਲ ਹੀ ਹੁੰਦਾ ਹੈ। ਕਿਉਂਕਿ ਮੈਂ ਜਦੋਂ ਪਾਠ ਕਰਦਾ ਇਸ ਪਾਸੇ ਆਇਆ ਤਾਂ ਇਸ ਜਗ੍ਹਾ 'ਤੇ ਸ਼ੁਰੂ ਕੀਤੀ ਤਾਂ ਮੈਡੀਸਨ ਦੇਣੀ, ਹਰ ਇੱਕ ਬੰਦੇ ਦਾ ਸਾਥ ਦਿੱਤਾ ਪਰਮਾਤਮਾ ਨੇ, ਹਰ ਇੱਕ ਬੰਦੇ ਨੇ, ਤਾਂ ਬਹੁਤ ਵਧੀਆ ਰਿਜ਼ਲਟ ਆਇਆ। ਸਾਰੇ ਅੱਜ ਖੁਸ਼ ਹੈ। ਅਸੀਂ ਉਸ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਜਿਹਨੇ ਸਾਡੀ ਡਿਊਟੀ ਲਾਈ ਹੈ ਸੇਵਾ ਵਾਸਤੇ। ਬਹੁਤ ਬਹੁਤ ਧੰਨਵਾਦ। ਦਰਸ਼ਕੋ, ਹੈਲਥ ਪਲੱਸ ਪ੍ਰੋਗਰਾਮ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਡਾਕਟਰ ਭੁਪਿੰਦਰ ਬਾਵਾ ਜੀ ਦੇ ਨਾਲ। ਇੱਕ ਐਸਾ ਨਾਮ ਜਿਹੜਾ ਪਰਿਵਾਰ ਦੇ ਵਿੱਚ 40 ਸਾਲ ਤੋਂ ਸੇਵਾ ਹੋ ਰਹੀ ਸੀਗੀ ਮੈਡੀਸਨਸ ਦੇ ਨਾਲ, ਔਰ 16 ਸਾਲ ਤੋਂ ਇਹ ਸੇਵਾ ਕਰ ਰਹੇ ਨੇ ਡਾਕਟਰ ਭੁਪਿੰਦਰ ਬਾਵਾ ਜੀ। ਇੱਕ ਐਸੀ ਪੈਥੀ ਦੇ ਨਾਲ ਜਿਹੜੀ ਪਲਾਂਟ ਬੇਸਡ ਹੈ, ਇਲੈਕਟ੍ਰੋ ਹੋਮੋਪੈਥੀ, ਜਿਹਦੇ ਨਾਲ ਕਿ ਅੱਜ ਇੱਕ ਲਾਈਫ ਸੇਵਿੰਗ ਪੈਥੀ ਜਿਹਨੂੰ ਮੰਨਿਆ ਜਾ ਰਿਹਾ ਹੈਗਾ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਇਲੈਕਟ੍ਰੋ ਹੋਮੋਪੈਥੀ ਬੇਸਿਕਲੀ ਹੈ ਕੀ ਚੀਜ਼ ਜਿਹਦੇ ਕਰਕੇ ਅੱਜ ਅਸੀਂ ਦੇਖ ਰਹੇ ਹਾਂ ਕਿ ਉਹ ਬਿਮਾਰੀਆਂ ਜਿਹੜੀਆਂ ਕ੍ਰੋਨਿਕ ਤੋਂ ਕ੍ਰੋਨਿਕ ਹੋ ਰਹੀਆਂ ਨੇ, ਉਹ ਵੀ ਇਸ ਪੈਥੀ ਦੇ ਨਾਲ ਠੀਕ ਹੋ ਰਹੀਆਂ ਨੇ। ਕੀ ਕਹਿਣਾ ਚਾਹੋਗੇ? ਇਲੈਕਟ੍ਰੋਪੈਥੀ ਇੱਕ ਐਸੀ ਪੈਥੀ ਹੈ ਜੀ, ਪਲਾਂਟ ਬੇਸ ਪੈਥੀ ਹੈ। ਮਤਲਬ ਸਾਡੇ ਜਿਹੜੇ ਗੁਰੂ ਨੇ ਜੀ, ਇਟਲੀ ਦੇ ਜਨਮਦਾਤਾ ਇਲੈਕਟ੍ਰੋ ਹੋਮੋਪੈਥੀ ਡਾਕਟਰ ਕੌਂਸਿਲਰ ਮੈਟੀ ਨੇ ਇੱਕ ਐਸੀ ਪੈਥੀ ਨੂੰ ਜਨਮ ਦਿੱਤਾ ਹੈ ਕਿ ਐਸੀਆਂ ਮੈਡੀਸਿਨਸ ਜਿਹੜੀਆਂ ਤਿਆਰ ਕੀਤੀਆਂ, ਜਿਵੇਂ ਆਪਾਂ ਕਹਿ ਦਿੰਦੇ ਵੀ ਰੁੱਖ ਤੇ ਮਨੁੱਖ ਇੱਕ ਲਗਭਗ ਇੱਕੋ ਹੀ ਤਰ੍ਹਾਂ ਦੀ ਜਿਹੜੀ ਆਪਾਂ ਨਸਲ ਕਹਿ ਸਕਦੇ ਇਸ ਨੂੰ, ਵੀ ਰੁੱਖਾਂ ਜਾਂ ਪੌਦਿਆਂ ਤੋਂ ਹੀ ਜਿਹੜੀਆਂ ਮੈਡੀਸਨ ਤਿਆਰ ਹੋਈਆਂ ਇਲੈਕਟ੍ਰੋ ਹੋਮੋਪੈਥੀ ਦੀਆਂ, ਹਰਬਲ ਮੈਡੀਸਨ ਜਿਹੜੀਆਂ ਹੈਗੀਆਂ, ਉਹ ਆਪਣੀ ਬੋਡੀ ਦੇ ਵਿੱਚ ਦੋ ਤਰ੍ਹਾਂ ਦੇ, ਇੱਕ ਲੈਂਫ ਤੇ ਇੱਕ ਜਿਹੜਾ ਹੈਗਾ ਬਲੱਡ, ਉਹਨੂੰ ਸਾਫ਼ ਕਰਨ ਦੀ ਮਤਲਬ ਕੰਮ ਕਰਦੀਆਂ। ਜਿਵੇਂ ਕਿ ਆਪਣੀ ਬੋਡੀ 'ਚ ਦੋ ਤਰ੍ਹਾਂ ਦੇ ਤਰਲੇ ਜਿਹੜੇ ਪਦਾਰਥ ਹੈ ਉਹ ਸਾਫ਼ ਰਹਿਣਗੇ ਤਾਂ ਆਪਣੀ ਬੋਡੀ 'ਚ ਕਿਸੇ ਤਰ੍ਹਾਂ ਦੀ ਬਿਮਾਰੀਆਂ ਨਹੀਂ ਆਉਣਗੀਆਂ। ਤਾਂ ਜਿੰਨੇ ਵੀ ਬਨਸਪਤੀ ਦੇ ਵਿੱਚ ਜਿੰਨੇ ਵੀ ਮਤਲਬ ਪੌਦੇ ਹੈਗੇ ਆ, ਉਹ ਜੜੀ ਬੂਟੀਆਂ ਦੇ ਵਿੱਚੋਂ ਇੱਕ ਮਤਲਬ ਸਪੈਜਰਿਕ ਮੈਥਡ ਦੇ ਰਾਹੀਂ ਜਿਹੜਾ ਹੈਗਾ ਉਹ ਅਸੈਂਸ ਕੱਢਿਆ ਜਾਂਦਾ ਔਰ ਉਹਨਾਂ ਨੂੰ ਇੱਕ ਮੈਡੀਸਨ ਦਾ ਰੂਪ ਦੇ ਦਿੱਤਾ ਜਾਂਦਾ। ਤੇ ਬਹੁਤ ਸਾਰੀਆਂ ਜਿਹੜੀਆਂ ਭਿਆਨਕ ਬਿਮਾਰੀਆਂ ਜਿਵੇਂ ਕੈਂਸਰ ਹੋ ਗਿਆ, ਜਾਂ ਜਿਵੇਂ ਅੱਜ ਕੱਲ੍ਹ ਕਰੋਨਾ ਵਾਇਰਸ ਦੀ ਬਹੁਤ ਜ਼ਿਆਦਾ ਜਿਹੜੀ ਮਹਾਮਾਰੀ ਚੱਲ ਰਹੀ ਹੈ, ਔਰ ਐਸੀਆਂ ਮਹਾਮਾਰੀਆਂ ਦੇ ਵਿੱਚ ਇਲੈਕਟ੍ਰੋ ਹੋਮੋਪੈਥੀ ਦਾ ਬਹੁਤ ਵੱਡਾ ਯੋਗਦਾਨ ਹੈ। ਤੇ ਬਹੁਤ ਲੋਕਾਂ ਦੀ ਜਿਹੜੀ ਸੇਵਾ ਇਸ ਪੈਥੀ ਨਾਲ ਹੋ ਰਹੀ ਹੈ ਔਰ ਬਹੁਤ ਸਾਰੇ ਲੋਕ ਵੱਡੀਆਂ ਭਿਆਨਕ ਬਿਮਾਰੀਆਂ ਤੋਂ ਬਚ ਰਹੇ ਹੈ। ਡਾਕਟਰ ਸਾਹਿਬ, ਅਗਰ ਆਪਾਂ ਗੱਲ ਕਰੀ ਲਾਈਫ ਸਟਾਈਲ ਡਿਜ਼ੀਜ਼ਸ ਦੀ, ਸ਼ੂਗਰ ਆ, ਥਾਇਰਾਇਡ ਹੈ, ਹਾਰਟ ਦੀ ਪ੍ਰੋਬਲਮ ਹੈ, ਬਲੱਡ ਦੀ ਪ੍ਰੋਬਲਮ ਹੈ, ਉਹਦੇ ਲਈ ਕਿੰਨੀ ਕਾਰਗਰ ਹੈਗੀ ਇਲੈਕਟ੍ਰੋ ਹੋਮੋਪੈਥੀ? ਹਾਂਜੀ, ਇਹ ਜਿਹੜੀਆਂ ਬਿਮਾਰੀਆਂ ਹੈਗੀਆਂ, ਬਲੱਡ ਪ੍ਰੈਸ਼ਰ ਹੋ ਗਿਆ, ਹਾਰਟ ਦੀ ਪ੍ਰੋਬਲਮ ਹੋ ਗਈ, ਇਹਦੇ ਵਾਸਤੇ ਬਹੁਤ ਜ਼ਿਆਦਾ ਕਾਰਗਰ ਇਲੈਕਟ੍ਰੋ ਹੋਮੋਪੈਥੀ, ਕਿਉਂਕਿ ਅਦਰ ਪੈਥੀਜ਼ ਦੇ ਵਿੱਚ ਮੈਂ ਕਿਸੇ ਪੈਥੀ ਨੂੰ ਮਾੜਾ ਨਹੀਂ ਕਹਿਣਾ ਚਾਹੁੰਦਾ, ਸਾਰੀਆਂ ਪੈਥੀਆਂ ਆਪਣੀ ਜਗ੍ਹਾ ਤੇ ਬਹੁਤ ਵਧੀਆ ਕੰਮ ਕਰਦੀਆਂ ਨੇ। ਲੇਕਿਨ ਇਲੈਕਟ੍ਰੋ ਹੋਮੋਪੈਥੀ ਕਿਉਂ ਇਹੋ ਜਿਹੀਆਂ ਜਿਹੜੀਆਂ ਭਿਆਨਕ ਬਿਮਾਰੀਆਂ ਤੇ ਕੰਮ ਕਰ ਰਹੀ ਹੈ ਜਾਂ ਲਾਈਫ ਸਟਾਈਲ ਦੀ ਬਿਮਾਰੀ ਤੇ ਕਿਉਂ ਕੰਮ ਕਰ ਰਹੀ ਹੈ ਜ਼ਿਆਦਾਤਰ? ਕਿਉਂਕਿ ਇਹਨੇ ਆਪਣੇ ਜਿਹੜੇ ਆਰਗਨ ਹੈਗੇ ਬੋਡੀ ਦੇ ਵਿੱਚ, ਚਾਹੇ ਉਹ ਲਿਵਰ ਹੈਗਾ, ਚਾਹੇ ਕਿਡਨੀ ਹੈਗੀਆਂ, ਚਾਹੇ ਆਪਣਾ ਹਾਰਟ ਹੈਗਾ, ਇਹਨੇ ਉਹਨਾਂ ਦੇ ਜਿਹੜੇ ਸੈੱਲ ਹੈਗੇ ਆਪਣੀ ਬੋਡੀ ਦਾ ਬੇਸਿਕ ਇਕਾਈ ਸੈੱਲ ਹੀ ਹੈ, ਤਾਂ ਇਹਨਾਂ ਨੇ ਸੈੱਲ ਤੇ ਕੰਮ ਕਰਨਾ, ਪ੍ਰੋਪਰ ਉਹ ਜਿਹੜੀ ਡਾਈਟ ਹੈਗੀ ਹੈ, ਕਿਉਂਕਿ ਜੋ ਵੀ ਆਰਗਨ ਆਪਣਾ ਕੰਮ ਛੱਡ ਦਿੰਦਾ ਤਾਂ ਇਹਦਾ ਮਤਲਬ ਉਹ ਬਿਮਾਰੀ ਕ੍ਰੀਏਟ ਕਰ ਜਾਂਦਾ। ਤਾਂ ਇਹਨੇ ਆਪਣੀ ਜਿਹੜੀ ਇਲੈਕਟ੍ਰੋ ਹੋਮੋਪੈਥੀ ਦੀ ਮੈਡੀਸਨ ਆ, ਇਹਨੇ ਉਸ ਆਰਗਨ ਨੂੰ ਐਕਟਿਵ ਕਰ ਦੇਣਾ, ਉਹਦੇ ਸੈੱਲ ਨੂੰ ਐਕਟਿਵ ਕਰ ਦੇਣਾ, ਉਹ ਦੁਬਾਰਾ ਵਰਕਿੰਗ ਦੇ ਵਿੱਚ ਆਇਆ।
ਜਿਹਦੀ ਵਜ੍ਹਾ ਕਰਕੇ ਜਿਹੜੀ ਵੀ ਡਿਸੀਜ਼ ਹੁੰਦੀ ਆ ਬੋਡੀ ਦੇ ਵਿੱਚ ਉਹ ਆਪਣੇ ਆਪ ਰਿਮੂਵ ਹੋ ਜਾਂਦੀ ਹੈ ਜੀ। ਡਾਕਟਰ 40 ਸਾਲ ਦਾ ਫਾਦਰ ਦਾ ਜਿਹੜਾ ਤਜਰਬਾ ਉਹ ਵੀ ਕੰਮ ਆ ਰਿਹਾ, ਕਿਉਂਕਿ ਉਹਨਾਂ ਦੀ ਡਾਇਗਨੋਸ ਬਹੁਤ ਜ਼ਿਆਦਾ ਵਧੀਆ, ਦੇਖ ਕੇ ਦੱਸ ਦਿੰਦੇ ਹੈਗੇ ਚੀਜ਼ ਨੂੰ ਵੀ ਕੀ ਪ੍ਰੋਬਲਮ ਹੈਗੀ ਆ। ਔਰ ਤੁਸੀਂ ਬਾਪ ਬੇਟੇ ਦਾ ਜਿਹੜਾ ਕੰਬੀਨੇਸ਼ਨ ਹੈਗਾ ਉਹ ਇੱਕ ਸੋਨੇ ਤੇ ਸੁਹਾਗੇ ਵਾਲੀ ਗੱਲ ਲੋਕਾਂ ਲਈ। ਬਿਲਕੁਲ ਜੀ, ਇਹਦਾ ਦੇਖੋ ਹੈ ਹੀ, ਕਿਉਂਕਿ ਉਹਨਾਂ ਦਾ ਜਿਹੜਾ ਐਕਸਪੀਰੀਅੰਸ ਹੈ ਫਾਦਰ ਸਾਹਿਬ ਦਾ ਉਹ ਬਹੁਤ ਪੁਰਾਣਾ ਹੋ ਚੁੱਕਿਆ। ਔਰ ਮੈਂ ਤਾਂ ਕਹਿਣਾ ਵੀ ਅੱਜ ਇੱਕ ਨਵੀਂ ਜਿਹੜੀ ਸਾਇੰਸ ਹੈ, ਉਹ ਲੋਕ ਵੀ ਪੇਸ਼ੈਂਟ ਵੀ ਚਾਹੁੰਦਾ ਵੀ ਮੈਂ ਟੈਸਟ ਕਰਵਾ ਕੇ ਆਵਾਂ, ਵੀ ਲੈਬ ਤੋਂ ਟੈਸਟ ਕਰਵਾ ਕੇ ਫਿਰ ਮੈਂ ਉਹ ਜਿਹੜਾ ਟ੍ਰੀਟਮੈਂਟ ਲਵਾਂ। ਪਰ ਅਸੀਂ ਜ਼ਿਆਦਾਤਰ ਉਸ ਲੈਬ ਟੈਸਟ ਨੂੰ, ਚਲੋ ਠੀਕ ਹੈ ਸਾਇੰਟੀਫਿਕ ਤਰੀਕਾ ਜ਼ਰੂਰ ਹੈ ਉਸ ਚੀਜ਼ ਦਾ, ਮੰਨਣਾ ਪੈਂਦਾ ਆਪਾਂ ਨੂੰ, ਮਤਲਬ ਉਹਨਾਂ ਮਸ਼ੀਨਾਂ ਰਾਹੀਂ ਟੈਸਟ ਕਰਵਾ ਕੇ ਬਿਮਾਰੀ ਦਾ ਜਿਹੜਾ ਪਤਾ ਲਗਾਇਆ ਜਾਂਦਾ। ਪਰ ਲੇਕਿਨ ਐਕਸਪੀਰੀਅੰਸ ਦੇ ਜੇ ਆਪਾਂ ਦੇਖੀਏ ਤਾਂ ਸਾਨੂੰ ਉਦਾਂ ਹੀ ਜਿਹੜਾ ਹੈਗਾ ਅਸੀਂ ਪੇਸ਼ੈਂਟ ਨੂੰ ਦੇਖ ਕੇ ਉਹਦੇ ਲੱਛਣਾਂ ਮੁਤਾਬਕ ਬਿਮਾਰੀ ਨੂੰ ਅਸੀਂ ਮਤਲਬ ਦੇਖ ਲੈਂਦੇ ਆ ਵੀ ਇਹ ਕਿੱਦਾਂ ਦੀ ਜਿਹੜੇ ਸਿੰਪਟਮ ਆ ਰਹੇ ਔਰ ਕੀ ਪ੍ਰੋਬਲਮ ਹੋ ਸਕਦੀ ਹੈ। ਤਾਂ ਇਹ ਬੜਾ ਵੱਡਾ ਯੋਗਦਾਨ ਨਹੀਂ ਫਾਦਰ ਸਾਹਿਬ ਦਾ ਵੀ, ਉਹਨਾਂ ਨੇ ਬਹੁਤ ਸਾਰਾ ਐਕਸਪੀਰੀਅੰਸ ਮਤਲਬ ਤਜਰਬਾ ਹੈਗਾ, ਬਹੁਤ ਪੁਰਾਣਾ ਉਹਨਾਂ ਦਾ, ਬਹੁਤ ਬੜਾ ਕੰਮ ਆ ਰਿਹਾ। ਦੇਖੋ ਇਲੈਕਟ੍ਰੋ ਹੋਮਿਓਪੈਥੀ ਦੇ ਵਿੱਚ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਹੈ, ਚਾਹੇ ਉਹ ਛੋਟੀ ਹੈ ਚਾਹੇ ਉਹ ਵੱਡੀ ਹੈ। ਬਿਮਾਰੀ ਦਾ ਵੈਸੇ ਕੋਈ ਛੋਟੀ ਵੱਡੀ ਨਹੀਂ ਹੁੰਦੀ, ਛੋਟੀ ਬਿਮਾਰੀ ਹੀ ਵੱਡੀ ਬਣ ਜਾਂਦੀ ਆ, ਲੇਕਿਨ ਹਰ ਤਰ੍ਹਾਂ ਦੀ ਬਿਮਾਰੀ ਹੈ, ਚਾਹੇ ਉਹ ਪੇਟ ਦੀ ਕੋਈ ਪ੍ਰੋਬਲਮ ਹੈ, ਚਾਹੇ ਉਹ ਗੈਸ ਤੇਜ਼ਾਬ ਦੀ ਹੈ, ਚਾਹੇ ਉਹ ਕਨਸਟੀਪੇਸ਼ਨ ਹੈ ਹਨਾ, ਤਾਂ ਉਹ ਸੰਬੰਧਿਤ ਤਾਂ ਇਹੀ ਹੈਗੇ ਕਿ ਐਬਡੋਮੀਨਲ ਜਿਹੜਾ ਆਪਣਾ ਸਿਸਟਮ ਹੈ ਉਹ ਖਰਾਬ ਹੋ ਜਾਂਦਾ। ਠੀਕ ਹੈ, ਐਬਡੋਮੀਨਲ ਸਿਸਟਮ ਜਦੋਂ ਖਰਾਬ ਹੋ ਗਿਆ ਤਾਂ ਉਹਦੇ ਚ ਇੰਟੈਸਟਾਈਨਸ ਜਿਹੜੀਆਂ ਹੈਗੀਆਂ ਉਹਨਾਂ ਨੂੰ ਵੀ ਦਿੱਕਤ ਆਉਣੀ ਆ, ਸਵੈਲਿੰਗ ਹੋਣੀ ਆ, ਗੈਸ ਤੇਜ਼ਾਬ ਬਣਨਾ ਹਨਾ, ਤਾਂ ਇਹਦੇ ਚ ਵੀ ਬਹੁਤ ਵਧੀਆ ਰਿਜ਼ਲਟ ਹੈ ਜੀ ਆਪਣੇ ਇਲੈਕਟ੍ਰੋਮੈਥੀ ਦੇ। ਪਹਿਲਾਂ ਅਗਰ ਆਪਾਂ ਗੱਲ ਕਰ ਲਈਏ ਅੱਜ ਦਾ ਜਿਹੜਾ ਯੋਗਾ ਜਿਸ ਤਰੀਕੇ ਨਾਲ ਡਿਪਰੈਸ਼ਨ ਦੀ ਬਹੁਤ ਜ਼ਿਆਦਾ ਐਪੀਡੈਮਿਕ ਹੈਗਾ ਡਿਪਰੈਸ਼ਨ ਦਾ, ਕਿਉਂਕਿ ਲੋਕ ਘਬਰਾਏ ਹੋਏ ਆ, ਟੈਨਸ਼ਨਾਂ ਦੇ ਵਿੱਚ ਆ, ਤੇ ਡਿਪਰੈਸ਼ਨ ਨੇ ਬੜਾ ਜਨਮ ਦਿੱਤਾ ਹੋਇਆ ਕਿ ਡਿਪਰੈਸ਼ਨ ਵਰਗੀਆਂ ਬਿਮਾਰੀਆਂ, ਮਾਨਸਿਕ ਬਿਮਾਰੀਆਂ ਜਿਹੜੀਆਂ ਹੈਗੀਆਂ ਜਿਨ੍ਹਾਂ 'ਚ ਟੈਨਸ਼ਨ ਆ ਬੰਦੇ ਨੂੰ, ਸਕਿਨ ਦੀਆਂ ਬਿਮਾਰੀਆਂ, ਉਹਨਾਂ 'ਚ ਵੀ ਇਲੈਕਟ੍ਰੋ ਹੋਮਿਓਪੈਥੀ ਕੰਮ ਕਰ ਰਹੀ। ਹਾਂਜੀ ਬਿਲਕੁਲ, ਕਿਉਂਕਿ ਆਪਣੀ ਜਿਹੜੀਆਂ ਪੈਥੀਆਂ ਹੈਗੀਆਂ, ਚਾਹੇ ਇਹ ਇਲੈਕਟ੍ਰੋ ਹੋਮਿਓਪੈਥੀ ਹੈ ਚਾਹੇ ਹੋਮਿਓਪੈਥੀ ਹੈ, ਇਹ ਜ਼ਿਆਦਾਤਰ ਜਿਹੜਾ ਹੈਗਾ ਸਾਈਕੋਲੋਜੀਕਲੀ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਇਹਨੇ ਦਿਮਾਗ ਤੇ ਸ਼ੁਰੂ ਕੰਮ ਕਰਨਾ ਹੁੰਦਾ। ਪੇਸ਼ੈਂਟ ਦੀ ਜਿਹੜੀ ਹੈਗੀ ਸੈਟੀਸਫੈਕਸ਼ਨ ਜਿਹੜੀ ਹੈਗੀ ਆ, ਅਸੀਂ ਉਹ ਮਤਲਬ ਉਹਦੇ ਸਿੰਪਟਮ ਕੀ ਆ, ਉਹਦੀਆਂ ਪੇਸ਼ੈਂਟ ਦੀਆਂ ਗੱਲਾਂ ਬਾਤਾਂ ਸੁਣ ਕੇ ਉਹਨੂੰ ਦੇਖਦਾ ਵੀ ਇਹ ਕੀ ਸੋਚ ਰਿਹਾ, ਇਹ ਕੀ ਸੋਚ ਰਿਹਾ, ਇਹਦੀ ਸੋਚ ਮੁਤਾਬਕ ਉਹਦੀ ਬੋਡੀ ਜਿਹੜੀ ਹੈਗੀ ਉਹ ਬਿਮਾਰੀਆਂ ਕ੍ਰੀਏਟ ਕਰ ਰਹੀ ਹੈ, ਤੇ ਉਹਦੇ ਆਰਗਨ ਹੈਗੇ ਉਹ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਆਪਣੇ ਐਂਜ਼ਾਈਮ ਉਹ ਛੱਡ ਰਹੇ ਆ, ਜਿਹਦੀ ਵਜ੍ਹਾ ਕਰਕੇ ਇਹਨਾਂ ਨੂੰ ਬਿਮਾਰੀਆਂ ਘੇਰ ਰਹੀਆਂ। ਤਾਂ ਇਹਦੇ 'ਚ ਜਿਹੜਾ ਹੈਗਾ ਜ਼ਿਆਦਾਤਰ ਅਸੀਂ ਜਿਹੜਾ ਹੈਗਾ ਪੇਸ਼ੈਂਟ ਦਾ ਜਿਹੜਾ ਬ੍ਰੇਨ ਹੈ ਉਹਨੂੰ ਵੀ ਦੇਖਦੇ ਹਾਂ ਔਰ ਉਹਦੇ ਹੀ ਤੌਰ ਤਰੀਕੇ ਦੇ ਨਾਲ ਅਸੀਂ ਮੈਡੀਸਿਨ ਦਿੰਦੇ ਹਾਂ। ਵੈਸੇ ਤਾਂ ਬਹੁਤ ਸਾਰੇ ਹੁਣ ਕੋਈ ਕਾਫੀ ਟਾਈਮ ਹੋ ਗਿਆ ਪ੍ਰੈਕਟਿਸ ਦੇ ਵਿੱਚ, ਨਵੇਂ ਜਦੋਂ ਆਪਾਂ ਪ੍ਰੈਕਟਿਸ ਆਏ ਸੀ ਤਾਂ ਜਿਵੇਂ ਕੇਸ ਕੋਈ ਨਵਾਂ ਆਪਾਂ ਨੂੰ ਮਿਲਦਾ ਸੀਗਾ ਔਰ ਉਹ ਠੀਕ ਹੁੰਦਾ ਸੀਗਾ ਤੇ ਬੜੀ ਖੁਸ਼ੀ ਹੁੰਦੀ ਸੀ। ਔਰ ਹੁਣ ਤਾਂ ਹਰ ਦਿਨ ਜਦੋਂ ਕੋਈ ਪੇਸ਼ੈਂਟ ਸਾਨੂੰ ਅਸੀਸਾਂ ਦਿੰਦਾ, ਸਾਨੂੰ ਕਹਿੰਦਾ ਕਿ ਡਾਕਟਰ ਸਾਹਿਬ ਸੋ ਠੀਕ ਹੈ, ਸਾਡੇ ਜੋ ਕਰਨ ਵਾਲੇ ਹੈਗੇ ਆ, ਉਹ ਪਹਿਲੀ ਗੱਲ ਤੋਂ ਪਰਮਪਿਤਾ ਪਰਮਾਤਮਾ ਜਿਨ੍ਹਾਂ ਨੇ ਸਾਡੀ ਡਿਊਟੀ ਲਾਈ ਹੈ ਇਸ ਕੰਮ ਦੇ ਵਿੱਚ, ਦੂਸਰਾ ਜਿਨ੍ਹਾਂ ਨੇ ਇਸ ਪੈਥੀ ਨੂੰ ਜਨਮ ਦਿੱਤਾ ਸਾਡੇ ਡਾਕਟਰ ਕਾਉਂਸਲਰ ਮੈਟੀ ਜੀ, ਉਹਨਾਂ ਨੂੰ ਕੋਟ-ਕੋਟ ਪ੍ਰਣਾਮ ਕਰਦੇ ਜਿਨ੍ਹਾਂ ਨੇ ਅਸੀਂ ਮੈਡੀਸਨ ਨੂੰ ਤਿਆਰ ਕੀਤਾ ਔਰ ਸਾਡੇ ਮਤਲਬ ਲੋਕਾਂ ਦੇ ਵਿੱਚ ਸੇਵਾ ਕਰਨ ਦਾ ਸਾਨੂੰ ਮੌਕਾ ਬਖਸ਼ਿਆ। ਸੋ ਕਹਿਣ ਤੋਂ ਭਾਵ ਵੀ ਬਹੁਤ ਸਾਰੇ ਅੱਜ ਤਾਂ ਬਹੁਤ ਸਾਰੇ ਜਿਹੜੇ ਪੇਸ਼ੈਂਟ ਸਾਡੇ ਕੋਲ ਹੈਗੇ ਕੈਂਸਰ ਵਾਲੇ ਜਾਂ ਜਿਹੜੇ ਹਾਰਟ ਦੀ ਪ੍ਰੋਬਲਮ ਲੈ ਕੇ ਆਉਂਦੇ ਆ, ਲੋਕ ਕਹਿੰਦੇ ਬਾਈਪਾਸ ਸਰਜਰੀ ਕਰਾਉਣੀ ਪਊਗੀ, ਡਾਕਟਰ ਕਹਿੰਦੇ ਵੀ ਸਰਜਰੀ ਤੋਂ ਬਿਨਾਂ ਸਰ ਨਹੀਂ ਗਾ, ਤਾਂ ਕਈ ਸਾਲ ਹੋ ਗਏ ਉਹਨਾਂ ਲੋਕਾਂ ਨੂੰ ਬਿਨਾਂ ਸਰਜਰੀ ਤੋਂ ਵਧੀਆ ਉਹ ਚੱਲ ਰਹੇ ਨੇ, ਕੋਈ ਤਕਲੀਫ ਨਹੀਂ ਹੈਗੀ। ਔਰ ਕੈਂਸਰ ਵਰਗੇ ਰੋਗਾਂ ਦੇ ਵਿੱਚ ਵੀ ਬਹੁਤ ਸਾਰੇ ਪੇਸ਼ੈਂਟ ਅੱਜ ਠੀਕ ਨੇ ਔਰ ਕਿਸੇ ਨੂੰ ਕੋਈ ਤਕਲੀਫ ਨਹੀਂ ਹੈ ਇਸ ਵੇਲੇ। ਤੇ ਇਸ ਕਰਕੇ ਉਸ ਟਾਈਮ ਉਹ ਜਿਹੜਾ ਸਮਾਂ ਹੈਗਾ ਸਾਨੂੰ ਬਹੁਤ ਮਹਾਨ ਲੱਗਦਾ ਹੈ, ਸਾਨੂੰ ਬਹੁਤ ਵਧੀਆ ਲੱਗਦਾ ਹੈ, ਅਸੀਂ ਬਹੁਤ ਖੁਸ਼ੀ ਮਹਿਸੂਸ ਕਰਦੇ ਹਾਂ ਜਦੋਂ ਸਾਡੇ ਇਹੋ ਜਿਹੇ ਕੇਸ ਉਹ ਪਰਮਾਤਮਾ ਦੀ ਕਿਰਪਾ ਨਾਲ ਠੀਕ ਹੁੰਦੇ ਆ। ਦੇਖੋ ਜੀ ਅਸੀਂ ਲੱਗੇ ਹੋਏ ਆ, ਅਸੀਂ ਜਦੋਂ ਤੋਂ ਇਸ ਪੈਥੀ ਨਾਲ ਜੁੜੇ ਆ ਅਸੀਂ ਉਦੋਂ ਤੋਂ ਲੱਗੇ ਹੋਏ ਆ ਵੀ ਅਸੀਂ ਵੱਧ ਤੋਂ ਵੱਧ ਜਿੰਨੇ ਵੀ ਸਾਡੇ ਤੋਂ ਕੇਸ ਜਿਹੜੇ ਹੈਗੇ ਉਹ ਭਿਆਨਕ ਕੇਸ ਆ ਉਸੇ ਠੀਕ ਕਰੀਏ ਔਰ ਅਸੀਂ ਵੱਧ ਤੋਂ ਵੱਧ ਯੋਗਦਾਨ ਪਾਈਏ ਇਲੈਕਟ੍ਰੋਪੈਥੀ ਨੂੰ ਮਾਨਤਾ ਦਿਵਾਉਣ ਦੇ ਵਿੱਚ। ਸੋ ਮੈਨੂੰ ਲੱਗਦਾ ਵੀ ਬਹੁਤ ਸਾਰੇ ਡਾਕਟਰ ਨੇ ਅੱਜ ਤੋਂ ਕੋਈ 10 ਸਾਲ ਪਹਿਲਾਂ ਨਿਗਾਹ ਮਾਰੀ ਤਾਂ ਇਲੈਕਟ੍ਰੋਪੈਥੀ ਇੰਨੀ ਪ੍ਰਚਲਿਤ ਨਹੀਂ ਸੀ, ਲੇਕਿਨ ਹੁਣ ਬਹੁਤ ਸਾਰੇ ਡਾਕਟਰ ਜਿਹੜੇ ਹੈਗੇ ਬਹੁਤ ਸਾਰੇ ਐਸੇ ਕੇਸ ਠੀਕ ਕਰ ਚੁੱਕੇ ਆ ਔਰ ਕਰ ਰਹੇ ਆ। ਤਾਂ ਮੈਨੂੰ ਲੱਗਦਾ ਵੀ ਅੱਜ ਗਵਰਨਮੈਂਟ ਨੂੰ ਇਹ ਚੀਜ਼ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ, ਕਿਉਂਕਿ ਇਹੋ ਜਿਹੀਆਂ ਪੈਥੀਆਂ ਹੀ ਅੱਗੇ ਆ ਕੇ ਲੋਕਾਂ ਦੀ ਸੇਵਾ ਕਰ ਸਕਦੀਆਂ। ਤੇ ਮੈਂ ਉਮੀਦ ਕਰਦਾ ਵੈਸੇ ਬਹੁਤ ਸਾਰੇ ਗਵਰਨਮੈਂਟ ਦੇ ਜਿਹੜੇ ਆਪਾਂ ਕਹਿ ਸਕਦੇ ਹਾਂ ਵੀ ਲੀਡਰ ਹੈਗੇ ਆ ਜਾਂ ਜਿਨ੍ਹਾਂ ਨੂੰ ਅਸੀਂ ਮਿਲ ਚੁੱਕੇ ਆ ਜਾਂ ਅਸੀਂ ਆਪਣੇ ਚਿੱਠੀ ਪੱਤਰ ਦੇ ਚੁੱਕੇ ਆ, ਸੋ ਧਿਆਨ ਦਿੰਦੇ ਨੇ ਤੇ ਉਮੀਦ ਹੈ ਬਹੁਤ ਜਲਦੀ ਜਿਹੜਾ ਹੈਗਾ ਇਹ ਸਾਡਾ ਮਸਲਾ ਹੱਲ ਹੋਵੇਗਾ ਤੇ ਬਹੁਤ ਜਲਦੀ ਹੋਰ ਵੀ ਬਹੁਤ ਸਾਰੇ ਡਾਕਟਰ ਜਿਹੜੇ ਹੈਗੇ ਆ ਇਸ ਪੈਥੀ ਨਾਲ ਜੁੜ ਕੇ
ਤੇ ਲੋਕਾਂ ਦੀ ਸੇਵਾ ਕਰਨਗੇ। ਬਿਲਕੁਲ, ਜੇ ਲੇਡੀ ਦੀ ਗੱਲ ਕਰਾਂ ਤਾਂ ਜਿੱਦਾਂ ਬ੍ਰੈਸਟ ਦੇ ਵਿੱਚ ਟਿਊਮਰ ਹੋ ਜਾਂਦੇ ਆ ਜਾਂ ਮਤਲਬ ਯੂਟਰਸ ਦੇ ਵਿੱਚ ਫਾਈਬਰੋਇਡ ਬਣ ਜਾਂਦੀਆਂ, ਤਾਂ ਲਗਭਗ 70% ਚਾਂਸਸ ਹੋ ਜਾਂਦੇ ਆ ਵੀ ਅੱਗੇ ਜਾ ਕੇ ਕੈਂਸਰ ਬਣਨ ਦੀ ਸੰਭਾਵਨਾ ਹੋ ਜਾਂਦੀ ਹੈ। ਸੋ ਐਸੇ ਬਹੁਤ ਸਾਰੇ ਕੇਸ ਹੈਗੇ ਆ ਜਿਨ੍ਹਾਂ ਦੀਆਂ ਜਿਹੜੀਆਂ ਯੂਟਰਸ ਦੇ ਵਿੱਚੋਂ ਲੇਡੀ ਦੀਆਂ ਜਿਹੜੀਆਂ ਰਸੌਲੀਆਂ ਹੈਗੀਆਂ ਰਿਮੂਵ ਹੋ ਚੁੱਕੀਆਂ, ਔਰ ਬ੍ਰੈਸਟ ਦੇ ਵਿੱਚੋਂ ਜਿਹੜੀਆਂ ਟਿਊਮਰ ਵਗੈਰਾ ਬਣੇ ਸੀ, ਫਾਈਬਰੋਇਡ ਬਣੇ ਸੀ, ਉਹ ਰਿਮੂਵ ਹੋ ਚੁੱਕੀਆਂ। ਬਹੁਤ ਵਧੀਆ ਰਿਜ਼ਲਟ ਆਈ ਇਹਨਾਂ ਚੀਜ਼ਾਂ ਨੂੰ। ਜੇ ਆਪਾਂ ਗੱਲ ਕਰੀਏ ਵੈਟਰਨਰੀ ਦੀ, ਪਸ਼ੂਆਂ ਦੇ ਜਿਹੜਾ ਇਲਾਜ ਆ ਉਹ ਵੀ ਬਹੁਤ ਸੌਖਾ ਤੇ ਸਸਤਾ ਹੈ ਸਪੈਥੀ ਦੇ ਵਿੱਚ, ਔਰ ਬਹੁਤ ਭਿਆਨਕ ਤੋਂ ਭਿਆਨਕ ਉਹਨਾਂ ਦੀਆਂ ਜਿਹੜੀਆਂ ਬਿਮਾਰੀਆਂ ਦੇ ਹੱਲ ਹੈ। ਜਿੱਦਾਂ ਮੈਸਟੈਟਸ ਹੋ ਜਾਂਦੀ ਆ, ਪਸ਼ੂਆਂ ਦੇ ਜਿਹੜੇ ਥਣ ਹੈਗੇ ਉਹ ਖੜ ਜਾਂਦੇ ਆ, ਦੁੱਧ ਨਹੀਂ ਉਤਰਦਾ, ਜਾਂ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈਗੀ ਹੈ, ਬਹੁਤ ਜ਼ਿਆਦਾ ਰਿਜ਼ਲਟ ਹੈਗੇ ਜੀ, ਔਰ ਬਹੁਤ ਵੱਡੀ ਸੇਵਾ ਹੈ ਪਸ਼ੂਆਂ ਦੇ ਵਾਸਤੇ।